अस्सलाम वालेकुम जी, मैं तुहाडा अपना दोस्त चौधरी मोहम्मद वजील हसन ते ਅਸੀਂ ਅੱਜ ਜਾਣਾਂਗੇ ਕਿ ਅਸੀਂ ਆਪਣੇ ਬਾਗਾਤ ਦੀ ਜਿਹੜਾ ਸਿਟਰਕ ਦੇ ਬਾਗਾਤ ਹੈ ਇਹਨਾਂ ਦੀ ਅਸੀਂ ਉਮਰ ਕਿਸ ਤਰ੍ਹਾਂ ਵਧਾ ਸਕਦੇ ਹਾਂ। ਇਹਨਾਂ ਦੇ ਉੱਤੇ ਅਸੀਂ ਇਹਨਾਂ ਬਾਗਾਤ ਚੋਂ ਅਸੀਂ ਜ਼ਿਆਦਾ ਪੈਦਾਵਾਰ ਕਿਸ ਤਰ੍ਹਾਂ ਲੈ ਸਕਦੇ ਹਾਂ ਤੇ ਉਸ ਤੋਂ ਬਾਅਦ ਸਭ ਤੋਂ ਅਹਿਮ ਗੱਲ ਕਿ ਜਿਹੜੀ ਅਸੀਂ ਬਿਮਾਰੀਆਂ ਹੁੰਦੀਆਂ ਉਹਨੂੰ ਅਸੀਂ ਕੰਟਰੋਲ ਕਿਸ ਤਰ੍ਹਾਂ ਕਰ ਸਕਦੇ ਹਾਂ ਤੇ ਉਹਨੂੰ ਪਹਿਚਾਨਾਂਗੇ ਕਿਸ ਤਰ੍ਹਾਂ। ਆਓ ਅਸੀਂ ਇਸ ਵੀਡੀਓ ਜਾਣਦੇ ਹਾਂ। ਤੇ ਸਾਡੇ ਨਾਲ ਅੱਜ ਮੌਜੂਦ ਆ ਮੇਰੇ ਵੱਡੇ ਭਾਈ ਤੇ ਐਂਟੋਮੋਲੋਜਿਸਟ ਚੌਧਰੀ ਮੁਹੰਮਦ ਵੈਦ ਸ਼ੌਕਤ। ਇਹਨਾਂ ਤੋਂ ਅਸੀਂ ਜਾਣਦੇ ਹਾਂ कि ਅਸੀਂ ਇਹਨਾਂ ਸਾਰੀਆਂ ਚੀਜ਼ਾਂ ਤੇ ਕੰਟਰੋਲ ਤੇ ਅਸੀਂ ਇਹਨਾਂ ਚੀਜ਼ਾਂ ਤੇ ਪੈਦਾਵਾਰ ਦੇ ਬਾਗਾਤ ਦੀ ਉਮਰ ਲੰਬੀ ਕਿਸ ਤਰ੍ਹਾਂ ਕਰ ਸਕਦੇ ਹਾਂ। अस्सलाम वालेकुम। वालेकुम सलाम जी। ਬਈ ਜਾਨ ਦੱਸੋ ਸਾਨੂੰ ਥੋੜਾ ਜਿਹਾ ਕਿ ਕੀ ਮਤਲਬ ਕਿਹੜਾ ਐਸਾ ਅਮਲ ਕੀਤਾ ਜਾਵੇ ਕਿ ਜਿਹਦੇ ਵਜ੍ਹਾ ਸਾਡੇ ਜਿਹੜੇ ਸਿਟਰਕ ਦੇ ਇੱਥੇ ਬਾਗਾਤ ਆ ਜਿੰਨੇ ਵੀ ਉਹਨਾਂ ਦੀ ਉਮਰ ਵਧੇ, ਅਸੀਂ ਉਹਨਾਂ ਮਤਲਬ ਕਿ ਲੌਂਗ ਲਾਸਟਿੰਗ ਬਾਗ ਚੱਲਣ। ਸਭ ਤੋਂ ਪਹਿਲੇ ਜੀ अस्सलाम वालेकुम ਸਾਰੀ ਆਡੀਅנס ਨੂੰ। ਤੇ ਸਭ ਤੋਂ ਪਹਿਲੇ ਮੈਂ ਇਹ ਕਹਿਣਾ ਚਾਹਾਂਗਾ ਕਿ ਅਸਲ ਦੇ ਵਿੱਚ ਕੋਈ ਵੀ ਪੌਦਾ ਆ ਉਹਦੇ ਵਿੱਚ ਕੋਈ ਵੀ ਇੱਕ ਫੈਕਟਰ ਨਹੀਂ ਹੁੰਦਾ ਹੈਗਾ ਕਿ ਜਿਹਦੀ ਵਜ੍ਹਾ ਤੋਂ ਉਹਦੀ ਪੌਦੇ ਦੀ ਉਮਰ ਲੰਬੀ ਹੁੰਦੀ ਹੈ। ਸਹੀ। ਉਹਦੇ ਵਿੱਚ ਬੜੇ ਸਾਰੇ ਫੈਕਟਰਸ ਹੁੰਦੇ ਆ। ਉਹਦੇ ਵਿੱਚ ਉਹਨੂੰ ਤੁਸੀਂ ਬੜੀਆਂ ਸਾਰੀਆਂ ਬਿਮਾਰੀਆਂ ਤੋਂ ਪ੍ਰੋਟੈਕਟ ਕਰਨਾ ਵਾ ਪਹਿਲੇ, ਫਿਰ ਉਸ ਤੋਂ ਬਾਅਦ ਚ ਇਨਸੈਕਟਸ ਤੋਂ ਪ੍ਰੋਟੈਕਟ ਕਰਨਾ ਵਾ, ਫਿਰ ਉਹਦਾ ਫਰਟੀਲਾਈਜ਼ਰ ਪਲਾਨ ਜਿਹੜਾ ਆ ਉਹ ਪ੍ਰੋਪਰ ਦੇਣਾ ਆ ਤੇ ਫਿਰ ਜਾ ਕੇ ਕਿਤੇ ਸਾਨੂੰ ਇੱਕ ਬਾਗ ਦੀ ਉਮਰ ਵੀ ਵੱਧਦੀ ਆ ਤੇ ਪ੍ਰੋਡਕਸ਼ਨ ਵੀ ਸਾਲ ਹਾ ਸਾਲ ਜਿਹੜੀ ਆ ਉਹ ਅੱਛੀ ਆਉਂਦੀ ਆ। ਠੀਕ ਹੋ ਗਿਆ। ਤੇ ਪੌਦੇ ਜਿਹੜੇ ਬਿਮਾਰੀਆਂ ਤੋਂ, ਡਿਫਰੈਂਟ ਇਨਸੈਕਟਸ ਦੇ ਅਟੈਕ ਤੋਂ ਉਹ ਵੀ ਮਹਿਫੂਜ਼ ਹੋ ਜਾਂਦੇ ਆ। ਸਹੀ। ਉਹਦੇ ਸਭ ਤੋਂ ਪਹਿਲੇ ਤਾਂ ਸਾਡੇ ਕੋਲ ਇਹ ਆ ਕਿ ਅਸੀਂ ਬਕਾਇਦਾ ਜਿਹੜਾ ਹੈਗਾ ਪੈਸਟ ਸਕਾਊਟਿੰਗ ਕਰਦੇ ਰਹੀਏ। ਪੈਸਟ ਸਕਾਊਟਿੰਗ ਦਾ ਮਤਲਬ ਇਹ ਹੁੰਦਾ, ਮੈਂ ਆਪਣੀ ਆਡੀਅנס ਨੂੰ ਵੀ ਦੱਸ ਦਵਾਂ। ਸਹੀ। ਕਈਆਂ ਨੂੰ ਤਾਂ ਪਤਾ ਹੋਣਾ ਹੈ ਜਿਹੜੇ ਇਸ ਫੀਲਡ ਦੇ ਰਿਲੇਟਡ ਜਾਣਦੇ ਆ, ਲੇਕਿਨ ਕਈਆਂ ਨੂੰ ਨਹੀਂ ਪਤਾ ਹੋਣਾ ਕਿ ਮਤਲਬ ਆਪਣੇ ਪੌਦਿਆਂ ਦੇ ਵਿੱਚ ਦੇਖਦੇ ਰਹੋ ਕਿ ਕੋਈ ਪੱਤੇ ਮੁੜਨ ਦੇ ਆ ਜਾਂ ਕੋਈ ਪੌਦਾ ਮਤਲਬ ਵਾਜ਼ਿਹ ਤੌਰ ਤੇ ਕਲਰ ਚੇਂਜ ਕਰਨ ਦਿਆ ਵਾ ਜਾਂ ਕੋਈ ਉਹ ਕਿਸੇ ਨਿਊਟ੍ਰੀਐਂਟ ਦੀ ਡੈਫੀਸ਼ੀਐਂਸੀ ਵੀ ਹੋ ਸਕਦੀ ਆ, ਉਹ ਕੋਈ ਬਿਮਾਰੀ ਵੀ ਹੋ ਸਕਦੀ ਆ, ਉਹ ਕਿਸੇ ਇਨਸੈਕਟ ਦਾ ਅਟੈਕ ਵੀ ਹੋ ਸਕਦਾ ਵਾ। ਸਹੀ। ਫਿਰ ਉਹਦੇ ਮੁਤਾਬਿਕ ਜਿਹੜਾ ਹੈਗਾ ਉਹਦਾ ਸਪਰੇਅ ਕਰੋ। ਸਾਡੇ ਇੱਥੇ ਇਸ ਇਲਾਕੇ ਦੇ ਵਿੱਚ ਥੋੜਾ ਜਿਹਾ ਕਲਚਰ ਇਹ ਬਣਿਆ ਹੋਇਆ ਕਿ ਬੇਸਿਕਲੀ ਇਸ ਤਰ੍ਹਾਂ ਜਾ ਕੇ ਇੱਕ ਜ਼ਿਮੀਂਦਾਰ ਆ ਕੇ ਆਪਣੇ ਪੌਦੇ ਨੂੰ ਦੇਖਦਾ ਤੇ ਉਹ ਅਗਰ ਕੋਈ ਮਸਲਾ ਮਸਾਇਲ ਲੱਗ ਰਿਹਾ ਉਹ ਜਾਂਦਾ ਦੁਕਾਨਦਾਰ ਦੇ ਕੋਲ ਤੇ ਸਿੱਧਾ ਹੀ ਜਾ ਕੇ ਕਹੇਗਾ ਕਿ ਭਾਈ ਮੈਂ ਇਹ ਮਸਲਾ ਆ, ਤੇ ਉਹ ਵੀ ਆਪਣਾ ਅੰਦਾਜ਼ਾ ਲਾ ਕੇ ਤੇ ਜਿਹੜਾ ਹੈਗਾ ਦੁਕਾਨਦਾਰ ਚੱਕ ਕੇ ਸਪਰੇਅ ਦੇ ਦਿੰਦਾ। ਉਹਨਾਂ ਵੀ ਚੀਜ਼ ਵੇਚਣ ਦੀ ਕਾਲੀ ਹੁੰਦੀ ਆ, ਉਹ ਇੰਨੀ ਨਹੀਂ ਖੇਚਲ ਕਰਦਾ ਹੈਗਾ ਕਿ ਆ ਕੇ ਜ਼ਿਮੀਂਦਾਰ ਦੀ ਫਸਲ ਦੇਖੇ, ਉਹਨੂੰ ਬਕਾਇਦਾ ਜਿਹੜਾ ਹੈਗਾ ਜਾਇਜ਼ਾ ਲੈ ਕੇ ਉਹਨੂੰ ਜਿਹੜੀ ਅੱਛੀ ਰეკਮੈਂਡੇਸ਼ਨ ਬਣਦੀ ਆ, ਬਣਦੀ ਜੁੜਦੀ ਜੀ ਉਹ ਦੇਵੇ। ਠੀਕ ਹੈ ਨਾ। ਉਹ ਵੀ ਪੈਸੇ ਬਣਾਉਣ ਦੇ ਚੱਕਰ ਦੇ ਵਿੱਚ ਆ ਵੀ ਪਾ ਲਓ ਜੀ, ਆ ਵੀ ਕਰ ਦੋ ਜੀ ਤੇ ਆ ਵੀ ਕਰ ਦੋ ਜੀ। ਠੀਕ ਹੈ। ਕੁਝ ਨਿਕਲਦਾ, ਰਿਜ਼ਲਟ ਉਹਦਾ ਕੁਝ ਵੀ ਨਹੀਂ ਆਉਂਦਾ ਹੈਗਾ। ਇਸ ਕਰਕੇ ਸਾਡੀ ਮਤਲਬ ਐਜ਼ ਐਨ ਐਂਟੋਮੋਲੋਜਿਸਟ ਮੈਂ ਇੱਕ ਸਾਲ ਜਿਹੜਾ ਹੈਗਾ ਆ ਮਹਿਕਮਾ ਜ਼ਰਾਇਤ ਦੇ ਵਿੱਚ ਵੀ ਜਿਹੜਾ ਹੈ ਨਾ ਕੰਮ ਕੀਤਾ। ਸਹੀ। ਉਹਦੇ ਵਿੱਚ ਅਸੀਂ ਇਹੀ ਸਿੱਖਿਆ ਵਾ ਕਿ ਪ੍ਰੋਪਰ ਜਦੋਂ ਤੱਕ ਤੁਸੀਂ ਬਾਗ ਦਾ ਜਾਇਜ਼ਾ ਨਾ ਲੈ ਲਓ, ਅਗਰ ਤੁਹਾਨੂੰ ਨਹੀਂ ਸਮਝ ਆ ਰਹੀ ਤੇ ਫਿਰ ਤੁਸੀਂ ਕਿਸੇ ਮਤਲਬ ਸਪੈਸ਼ਲਿਸਟ ਜਿਸ ਤਰ੍ਹਾਂ ਕਿ ਐਂਟੋਮੋਲੋਜਿਸਟ ਹੋ ਸਕਦਾ, ਕੋਈ ਵੀ ਪਲਾਂਟ ਪੈਥੋਲੋਜਿਸਟ ਹੋ ਸਕਦਾ, ਕੋਈ ਵੀ ਐਗਰੀਕਲਚਰਿਸਟ ਹੈਗਾ ਜਿਹੜਾ, ਠੀਕ ਹੈ ਨਾ, ਉਸ ਬੰਦੇ ਤੋਂ ਤੁਸੀਂ ਮਸ਼ਵਰਾ ਲੈ ਲਓ, ਉਹਨੂੰ ਆਪਣੀ ਫਸਲ ਦਿਖਾ ਲਵੋ, ਫਸਲ ਆ, ਬਾਗ ਆ ਜਾਂ ਕੋਈ ਵੀ ਚੀਜ਼ ਆ, ਕੋਈ ਸਬਜ਼ੀ ਆ, ਕੋਈ ਫਲ ਆ, ਤੇ ਉਹ ਦਿਖਾ ਲਵੋ ਉਹਨੂੰ, ਉਹ ਦੇਖ ਕੇ ਤੁਹਾਨੂੰ ਜਾਇਜ਼ਾ ਲੈ ਕੇ ਦੱਸ ਦੇਵੇ ਕਿ ਯਾਰ ਇਹ ਬਿਮਾਰੀ ਆ ਤੇ ਇਹ ਗੱਲਬਾਤ ਆ, ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਆ ਉਹਦੇ ਉੱਤੇ ਸਪਰੇਅ ਜਾਂ ਜੋ ਵੀ ਹੈਗੀ ਆ, ਨਿਊਟ੍ਰੀਸ਼ਨ ਹੈਗੀ ਆ, ਕੋਈ ਵੀ ਚੀਜ਼ ਹੈਗੀ ਆ, ਉਹਨੂੰ ਅਪਲਾਈ ਕਰੋ। ਸਹੀ। ਤੇ ਉਹ ਤੋਂ ਬਾਅਦ ਸਭ ਤੋਂ ਪਹਿਲੀ ਗੱਲ ਇਹ ਆ ਕਿ ਸਾਡੇ ਕੁਝ ਮਸ਼ਵਰੇ ਹੈਗੇ ਆ ਇਸ ਚੀਜ਼ ਦੇ ਬਾਰੇ। ਬਾਗਾਤ ਮਸ਼ਵਰੇ ਤੁਸੀਂ ਦੇਣਾ ਚਾਹੋਗੇ? ਜਿਸ ਤਰ੍ਹਾਂ ਕਿ ਮਤਲਬ ਬਾਗਾਤ ਦੀ ਉਮਰ ਲੰਬੀ ਕਰਨ ਦਾ ਤੁਸੀਂ ਸਭ ਤੋਂ ਪਹਿਲੇ ਸਵਾਲ ਕੀਤਾ। ਹਾਂਜੀ। ਉਹਦੇ ਬਾਰੇ ਮੈਂ ਇਹ ਕਹਿਣਾ ਚਾਹਾਂਗਾ ਕਿ ਸਭ ਤੋਂ ਜ਼ਿਆਦਾ ਜਿਹੜੀ ਪ੍ਰੈਕਟਿਸ ਕੀਤੀ ਜਾਂਦੀ ਹੈ ਸਾਡੇ ਇਸ ਇਲਾਕੇ ਦੇ ਵਿੱਚ, ਉਹ ਸਭ ਤੋਂ ਮੇਨ ਪ੍ਰੈਕਟਿਸ ਇਹ ਆ ਕਿ ਬਾਗ ਦੇ ਵਿੱਚ ਪੱਠੇ ਵਗੈਰਾ ਬੀਜੇ ਜਾਂਦੇ ਆ, ਖਾਸ ਕਰ ਬਰਸੀਨ ਹੋ ਗਈ, ਮੱਕੀ ਹੋ ਗਈ, ਚਰੀ ਹੋ ਗਈ। ਅੱਛਾ, ਕੋਈ ਪੱਠਾ ਬਾਗ ਲਈ ਚੰਗਾ ਨਹੀਂ ਹੈ? ਬਾਗ ਲਈ ਕੋਈ ਵੀ ਪੱਠਾ ਚੰਗਾ ਨਹੀਂ ਆ। ਉਹਦਾ ਰੀਜ਼ਨ ਇਹ ਆ ਕਿ ਬਾਗ ਨੂੰ ਬੇਸਿਕਲੀ ਪਾਣੀ ਇੰਨਾ ਚਾਹੀਦਾ ਹੀ ਨਹੀਂ ਆ ਜਿੰਨਾ ਅਸੀਂ ਉਹਦੇ ਵਿੱਚ ਪਾਣੀ ਦੀ ਜ਼ਿਆਦਤੀ ਕਰ ਦਿੰਨੇ ਆ। ਅੱਛਾ। ਠੀਕ ਹੋ ਗਿਆ। ਇਹ ਸਾਡੇ ਤਾਂ ਮਸ਼ਹੂਰ ਆ ਕਿ ਪਾਣੀ ਤੁੰਨ ਕੇ ਲਾਓ, ਪਾਣੀ ਤੁੰਨ ਕੇ ਲਾਓ। ਪਾਣੀ ਅਸਲ ਦੇ ਵਿੱਚ ਹੁਣ ਸਰਦੀਆਂ ਦੇ ਵਿੱਚ ਤੇ ਰეკਮੈਂਡ ਹੀ ਬਹੁਤ ਘੱਟ ਹੁੰਦਾ ਵਾ, ਬਹੁਤ ਹੀ ਘੱਟ ਹੁੰਦਾ ਵਾ। 2-3 ਮਹੀਨੇ ਦਾ ਵੀ ਗੈਪ ਜਿਹੜਾ ਹੈਗਾ ਰეკਮੈਂਡ ਹੁੰਦਾ ਵਾ। ਲੇਕਿਨ ਗੱਲ ਇਹ ਆ ਕਿ ਸਾਡੇ ਇੱਥੇ ਜਦੋਂ ਬਰਸੀਨ ਲਾਇਆ ਹੁੰਦਾ ਵਾ ਤੇ ਉਹ ਬਰਸੀਨ ਵਿੱਚ ਲਾ ਕੇ ਤੇ ਕਈ ਜ਼ਿਮੀਂਦਾਰਾਂ ਨੇ ਆਪ ਪਾਉਣਾ ਹੁੰਦਾ, ਕਈ ਜ਼ਿਮੀਂਦਾਰ ਜਿਹੜੇ ਹੈਗੇ ਉਹ ਵੇਚ ਦਿੰਦੇ ਆ, ਸੇਲ ਕਰ ਦਿੰਦੇ ਆ। ਹੁਣ ਇਹਨੇ ਪੱਠੇ ਲਏ ਹੋਏ, ਜ਼ਾਹਰ ਜੀ ਗੱਲ ਉਹਨੇ ਤੇ ਕਹਿਣਾ ਕਿ ਭਾਈ ਬਾਗ ਨੂੰ ਪਾਣੀ ਲਾਓ, ਪੱਠਿਆਂ ਨੂੰ ਪਾਣੀ ਲਾਓ, ਤੇ ਜ਼ਾਹਰ ਜੀ ਗੱਲ ਆ ਇਨਡਾਇਰੈਕਟਲੀ ਹੁਣ ਲੱਗਣਾ ਤੇ ਹੈ ਬਾਗ ਨੂੰ ਪਾਣੀ। ਅੱਛਾ, ਇੱਕ ਐਸਾ ਚਾਰਾ ਹੈ ਜਿਹੜਾ ਨਾ ਸਾਡੇ ਤੇ ਬਾਗ ਵਿੱਚ ਬੀਜਿਆ ਜਾਂਦਾ, ਜਿੱਥੋਂ ਮੇਰੇ ਨੌਲੇਜ ਹੈ ਕਹਿੰਦੇ ਕੋਈ ਜ਼ਮੀਨ ਲੱਛਾ ਜਾਂ ਬਾਗ ਲੱਛਾ ਹੁੰਦਾ ਹੈ, ਉਹ ਜੰਤਰ ਜਿਹਨੂੰ ਕਹਿੰਦੇ ਆ। ਜੰਤਰ ਬੇਸਿਕਲੀ ਬਿਹਤਰ ਹੈ, ਬਿਲਕੁਲ ਉਹ ਗ੍ਰੀਨ ਮੈਨਿਓਰ ਵਾਸਤੇ ਯੂਜ਼ ਹੁੰਦਾ ਵਾ। ਉਹ ਮਤਲਬ ਜ਼ਮੀਨ ਦੇ ਵਿੱਚ ਮਿਲ ਕੇ ਤੇ ਨਾਈਟ੍ਰੋਜਨ ਫਿਕਸੇਸ਼ਨ ਕਰ ਦਿੰਦਾ ਵਾ, ਉਹ ਅੱਛੀ ਚੀਜ਼ ਹੈ। ਲੇਕਿਨ ਪਤਾ ਗੱਲ ਕੀ ਆ ਅਸਲ ਦੇ ਵਿੱਚ, ਉਹਦਾ ਵੀ ਰეკਮੈਂਡੇਸ਼ਨ ਇਹ ਆ ਕਿ ਜਦੋਂ ਕੂਲਾ ਹੋਵੇ, ਠੀਕ ਹੈ ਨਾ, ਇੱਥੇ ਤੱਕ ਹੋਵੇ, ਠੀਕ ਹੈ ਨਾ, ਉਦੋਂ ਤੱਕ ਤੁਸੀਂ ਉਹਨੂੰ ਨਾ ਕੀ ਆ, ਕਿਤੇ ਬੱਕਰੀਆਂ ਰੱਖੀਆਂ, ਕੋਈ ਮਾਲ ਡੰਗਰ ਰੱਖਿਆ ਆ, ਉਹਨੂੰ ਪਾ ਲਵੋ। ਜਦੋਂ ਉਹ ਗੋਡੇ ਹੋ ਜਾਵੇ ਉਹਨੂੰ ਵਿੱਚ ਹੀ ਜਿਹੜਾ ਹੈਗਾ ਰੂਟਾਵੀਟਰ ਦੇ ਸਾਡੇ ਵਾਲੇ ਤਾਂ ਉਦੋਂ ਤੱਕ ਨਹੀਂ ਵੜਦੇ ਜਦੋਂ ਤੱਕ ਉਹ ਬੈੱਡ ਦਾ ਫਰਨੀਚਰ ਬਣਾ ਜਿਹੜੀ ਲੱਕੜਾਂ ਨਿਕਲ ਆਵੇ ਵਿੱਚੋਂ। ਹਾਂਜੀ, ਉਹ ਬਹੁਤ ਗਲਤ ਪ੍ਰੈਕਟਿਸ ਆ। ਉਹ ਬਹੁਤ ਗਲਤ ਪ੍ਰੈਕਟਿਸ ਆ ਤੇ ਉਹਦੀ ਵਜ੍ਹਾ ਤੋਂ ਬੜੇ ਮਸਲੇ ਮਸਾਇਲ ਵੀ ਬਣਦੇ ਆ ਫਿਰ ਬਾਗ ਦੇ ਵਿੱਚ। ਫਿਰ ਉਸ ਤੋਂ ਬਾਅਦ ਗੱਲ ਇਹ ਆ ਕਿ ਜਿਹੜੀ ਅਸੀਂ ਫਰਟੀਲਾਈਜ਼ਰ ਪਲਾਨ ਲੈ ਕੇ ਚੱਲ ਰਹੇ ਹੁੰਦੇ ਆ, ਹੁਣ ਅਸੀਂ ਸਪੋਜ਼ ਕਰੋ ਕਿ 2 ਬੋਰੀਆਂ DAP ਦੀਆਂ ਰეკਮੈਂਡਡ ਆ 1 ਕਿੱਲੇ ਦੇ ਬਾਗ ਨੂੰ। ਸਹੀ।
ਹੁਣ ਸਪੋਜ਼ ਕਰੋ ਕਿ 2 ਬੋਰੀਆਂ ਡੀਏਪੀ ਦੀਆਂ ਅਸੀਂ ਪਾ ਦਿੱਤੀਆਂ, ਵਿੱਚ ਪੱਠੇ ਲੱਗੇ ਜਾਂ ਕੋਈ ਵੀ ਹੋਰ ਫਸਲ ਲੱਗੀ ਆ, ਤੇ ਪੌਦਾ ਜ਼ਾਹਰ ਚ ਗੱਲ ਆ, ਅਸੀਂ ਕੋਸ਼ਿਸ਼ ਕਰ ਰਹੇ ਸੀ ਆਪਣੇ ਸਿਟਰਸ ਵਾਸਤੇ, ਲੇਕਿਨ ਇਨਡਾਇਰੈਕਟਲੀ ਅਸੀਂ ਖਾਦ ਉਹਨਾਂ ਪੌਦਿਆਂ ਨੂੰ ਵੀ ਦੇ ਰਹੇ ਹਾਂ। ਉਹ ਸਾਰੀ ਖਾਦ ਤੁਹਾਡੇ ਸਿਟਰਸ ਤੱਕ ਗਈ ਨਹੀਂ ਗਈ ਤੇ ਫਿਰ ਜ਼ਾਹਰ ਜੀ ਗੱਲ ਆ, ਫਿਰ ਤੁਸੀਂ ਕਿਸ ਤਰ੍ਹਾਂ ਐਕਸਪੈਕਟ ਕਰ ਸਕਦੇ ਹੋ ਕਿ ਕਿੰਨੂ ਦੇ ਜਿਹੜੇ ਪੌਦੇ ਆ ਜਾਂ ਗ੍ਰੇਟ ਦੇ ਆ ਜਾਂ ਮਾਲਟੇ ਦੇ ਆ, ਫਰੂਟਰ ਦੇ ਆ, ਮੌਸਮੀ ਦੇ ਆ, ਸਿਟਰਸ ਦੀ ਟੋਟਲ ਵੈਰਾਈਟੀ ਦੇ ਆ ਜਾਂ ਕਿਸੇ ਵੀ ਚੀਜ਼ ਦੇ ਆ, ਉਹ ਤੁਸੀਂ ਕਿਸ ਤਰ੍ਹਾਂ ਐਕਸਪੈਕਟ ਕਰ ਸਕਦੇ ਹੋ? ਤੁਸੀਂ ਦਰਮਿਆਨ 'ਚ ਵੀ ਕੋਈ ਬੂਟੇ ਲਾਏ ਹੋਏ ਆ ਤੇ ਸਾਈਡਾਂ ਦੇ ਵੀ ਲਾਏ ਹੋਏ ਕਿ ਸਾਰੀ ਖਾਦ ਉਹਨੂੰ ਜਾ ਕੇ ਲੱਗ ਜਾਵੇ ਇਹਨਾਂ ਨੂੰ ਛੱਡ ਕੇ? ਇਹ ਤਾਂ ਨਹੀਂ ਹੋ ਸਕਦਾ। ਨਹੀਂ, ਬਿਲਕੁਲ ਨਹੀਂ, ਐਸਾ ਨਹੀਂ ਹੋਏਗਾ। ਹਾਂਜੀ। ਅੱਛਾ, ਉਸ ਤੋਂ ਬਾਅਦ ਬੇਸਿਕਲੀ ਕੁਐਸਚਨ ਹੈ ਮੇਰਾ ਕਿ ਅਗਰ ਇੱਕ ਬੂਟੇ ਜਾਂ ਪੌਦੇ ਦੇ ਉੱਤੇ ਕਿਸੇ ਐਸੀ ਬਿਮਾਰੀ ਦਾ ਅਟੈਕ ਹੋ ਜਾਂਦਾ ਆ ਕਿ ਅਸੀਂ ਸਪਰੇਅ ਕੀਤੀ ਤਾਂ ਉਹਦਾ ਕੋਈ ਐਸਾ ਰਿਜ਼ਲਟ ਨਹੀਂ ਆਇਆ, ਤੇ ਫਿਰ ਕੀ ਕੀਤਾ ਜਾਵੇ? ਅਸਲ ਦੇ ਵਿੱਚ ਰეკਮੈਂਡੇਸ਼ਨ ਮੇਰੀ ਐਜ਼ ਐਨ ਐਂਟੋਮੋਲੋਜਿਸਟ ਤੁਹਾਨੂੰ ਇਹ ਆ ਕਿ ਜਦੋਂ ਤੱਕ ਤੁਹਾਨੂੰ ਪਤਾ ਨਾ ਹੋਵੇ ਐਗਜ਼ੈਕਟ ਕਿ ਇਸ ਪੌਦੇ ਨੂੰ ਜਾਂ ਕਿਸੇ ਵੀ ਫਸਲ ਨੂੰ, ਜਦੋਂ ਤੱਕ ਤੁਹਾਨੂੰ ਐਗਜ਼ੈਕਟ ਪਤਾ ਨਾ ਹੋਵੇ ਕਿ ਕਿਸੇ ਇਨਸੈਕਟ ਦਾ ਅਟੈਕ ਆ। ਹੁਣ ਇੱਥੇ ਬਾਗਾਤ ਦੇ ਵਿੱਚ ਸਫੇਦ ਮੱਖੀ, ਟੇਲਾ ਤੇ ਉਸ ਤੋਂ ਬਾਅਦ ਥ੍ਰਿਪਸ, ਇਹ ਮੇਨ ਜਿਹੜੇ ਇਨਸੈਕਟ ਸੀਗੇ। ਠੀਕ ਹੋ ਗਿਆ, ਜੈਸਿਡ ਦਾ ਵੀ ਸੀਗਾ ਕੋਈ ਮਾੜਾ ਮੋਟਾ। ਤੇ ਅੱਛਾ, ਹੁਣ ਇਹ ਮੇਨ ਇਨਸੈਕਟ ਆ, ਠੀਕ ਆ ਨਾ। ਇਹਦੇ ਵਾਸਤੇ ਇਹਨਾਂ ਨੂੰ ਸਕਿੰਗ ਪੈਸਟ ਦੇ ਵਿੱਚ ਅਸੀਂ ਕੰਸੀਡਰ ਕੀਤਾ, ਰਸ ਚੂਸਣ ਵਾਲੇ ਕੀੜੇ ਆ। ਸਹੀ, ਠੀਕ ਹੋ ਗਿਆ। ਇਹਨਾਂ ਵਾਸਤੇ ਅਸੀਂ ਜਿਹੜਾ ਹੈਗਾ ਆ ਬਾਈਫੈਂਥਰੀਨ ਹੋ ਗਈ, ਅਬਾਮੈਕਟਨ ਹੋ ਗਈ, ਫਲੋਨੀਕਾਮਿਡ ਹੋ ਗਈ, ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਨਾ। ਹੁਣ ਅਗਰ ਕੈਮੀਕਲ ਦੀ ਤਰਫ ਆਪਾਂ ਚੱਲ ਜਾਾਂਗੇ ਤਾਂ ਥੋੜਾ ਲੰਬਾ ਹੋ ਜਾਏਗਾ ਕੰਮ। ਮੈਂ ਥੋੜਾ ਤੁਹਾਨੂੰ ਛੋਟ ਇਸ ਲਈ ਦੱਸਾਂ ਕਿ ਅਸਲ ਦੇ ਵਿੱਚ ਇਹ ਜਿਹੜੇ ਸੈਕਿੰਗ ਪੈਸਟ ਆ, ਠੀਕ ਹੋ ਗਿਆ, ਇਹਨਾਂ ਦੇ ਸਿੰਪਟਮ ਹਰ ਬੰਦੇ ਨੂੰ ਹੁਣ ਜ਼ਾਹਰ ਜੀ ਗੱਲ ਨਹੀਂ ਪਤਾ ਹੁੰਦੇ ਹੈਗੇ। ਬਿਲਕੁਲ ਠੀਕ ਹੋ ਗਿਆ। ਲੇਕਿਨ ਆਵਾਮ ਅੰਦਾਜ਼ਨ ਜਿਹੜਾ ਹੈਗਾ ਨਾ ਹਰ ਚੀਜ਼, ਮਤਲਬ ਕਿ ਅਗਰ ਵਾਈਟ ਫਲਾਈ ਆ ਉਹ ਥੋੜਾ ਸਖਤ ਜਾਨ ਇਨਸੈਕਟ ਆ, ਠੀਕ ਆ, ਉਹਦੇ ਵਾਸਤੇ ਜ਼ਾਹਰ ਜੀ ਗੱਲ ਆ ਕੋਈ ਅੱਛਾ ਕੈਮੀਕਲ ਹੀ ਕਰੋਗੇ ਤੇ ਜ਼ਾਹਰ ਜੀ ਗੱਲ ਕੰਟਰੋਲ ਹੋਏਗਾ। ਬਿਲਕੁਲ। ਹੁਣ ਤੁਸੀਂ ਕਿਸੇ ਜਨੈਰਿਕ ਦਾ ਕੰਪਨੀ ਦਾ ਚੱਕ ਕੇ ਤੇ ਕੋਈ ਵੀ ਕੈਮੀਕਲ ਕਰ ਦੋਗੇ, ਜ਼ਾਹਰ ਜੀ ਗੱਲ ਆ ਉਹ ਵਾਈਟ ਫਲਾਈ ਨਹੀਂ ਕੰਟਰੋਲ ਹੋਏਗੀ ਤੁਹਾਡੇ ਕੋਲੋਂ। ਠੀਕ ਹੋ ਗਿਆ। ਫਿਰ ਉਸ ਤੋਂ ਬਾਅਦ ਇਹ ਆ ਕਿ ਆਵਾਮ ਸਾਡੀ ਇਹ ਚਾਹੁੰਦੀ ਆ ਕਿ ਇੱਕ ਵਾਰੀ ਸਪਰੇਅ ਕਰ ਦਿੱਤੀਆਂ ਨਾ ਤੇ ਸ਼ਾਇਦ ਉਸ ਤੋਂ ਬਾਅਦ ਚ ਖਤਮ ਹੋ ਗਈ ਗੱਲ। ਸਪਰੇਅ ਦਾ ਮਕਸਦ ਇਹ ਹੁੰਦਾ ਆ ਕਿ ਕਈ ਇਨਸੈਕਟ ਐਸੇ ਹੁੰਦੇ ਸਖਤ ਜਾਨ ਹੁੰਦੇ ਆ, ਇੱਕ ਸਪਰੇਅ ਨਹੀਂ ਵੀ ਮਾਰਦੇ ਹੈਗੇ। ਸਾਰਾ ਕਿਤੇ ਕੰਪਨੀਆਂ ਦਾ ਕਸੂਰ ਤੇ ਨਹੀਂ ਆ, ਲੇਕਿਨ ਇੱਕ ਸਪਰੇਅ ਨਾਲ ਇੱਕ ਐਪਲੀਕੇਸ਼ਨ ਨਾਲ ਨਹੀਂ ਵੀ ਮਾਰਦੇ ਹੈਗੇ। ਫਿਰ ਤੁਹਾਨੂੰ ਇਹ ਚਾਹੀਦਾ ਵਾ ਕਿ ਤੁਸੀਂ ਦੂਸਰੀ ਐਪਲੀਕੇਸ਼ਨ ਕਰੋ। ਠੀਕ ਹੋ ਗਿਆ, ਕਿ 7 ਦਿਨ ਬਾਅਦ ਜਾਂ 15 ਦਿਨ ਬਾਅਦ, ਤਾਂ ਕਿ ਜਿਹੜਾ ਹੋਗਾ ਉਹ ਇਨਸੈਕਟ ਜਿਹੜਾ ਹੈਗਾ ਤੁਹਾਡੇ ਕੋਲ ਕੰਟਰੋਲ ਹੋ ਜਾਵੇ। ਉਹ ਸਪਰੇਅ ਕਰੋ ਜ਼ਰੂਰ, ਲੇਕਿਨ ਆਪਣੇ ਕਿਸੇ ਐਂਟੋਮੋਲੋਜਿਸਟ ਦੇ ਮਸ਼ਵਰੇ ਨਾਲ ਕਰੋ। ਐ ਨਾ ਹੋਵੇ ਕਿ ਦੁਕਾਨ ਤੇ ਜਾ ਕੇ ਐਂਟੋਮੋਲੋਜਿਸਟ ਇਸ ਤਰ੍ਹਾਂ ਕਿ ਮੈਂ ਕਹਿੰਦਾ ਕਿ ਕੋਈ ਵੀ ਸਪੈਸ਼ਲਿਸਟ ਹੋ ਸਕਦਾ, ਕਿਸੇ ਕੰਪਨੀ ਦਾ ਕੋਈ ਸੇਲ ਆਫੀਸਰ ਹੋ ਸਕਦਾ ਆ। ਅਗਰ ਕਿਸੇ ਅੱਛੀ ਕੰਪਨੀ ਦਾ ਹੈਗਾ ਆ, ਠੀਕ ਹੈ ਨਾ, ਸਿਰਫ ਇਹੀ ਨਹੀਂ ਕਿ ਉਹ ਤੁਹਾਨੂੰ ਸਿਰਫ ਚੀਜ਼ ਹੀ ਮਤਲਬ ਜਿਹੜਾ ਹੈਗਾ ਆ ਮੜਨ ਲਿਆ ਇੱਕ, ਜਿਵੇਂ ਕਹਿ ਲਓ, ਠੀਕ ਹੈ ਨਾ, ਸਿਰਫ ਇੱਕ ਵੇਚਣ ਦੀ ਚੀਜ਼ ਕੋਸ਼ਿਸ਼ ਕਰ ਰਿਹਾ, ਪਤਾ ਲੱਗ ਜਾਂਦਾ ਤੁਹਾਨੂੰ ਗੱਲਬਾਤ ਤੋਂ ਕਿ ਸਿਰਫ ਵੇਚਣ ਦੀ ਕੋਸ਼ਿਸ਼ ਕਰ ਰਿਹਾ, ਸਾਨੂੰ ਕੋਈ ਅੱਛਾ ਮਸ਼ਵਰਾ ਦੇ ਰਿਹਾ। ਫਿਰ ਤੁਸੀਂ ਮਹਿਕਮਾ ਜ਼ਰਾਅਤ ਐਕਸਟੈਂਸ਼ਨ ਦੇ ਸਾਡੇ ਇੱਥੇ ਜ਼ਿਸ਼ਾਨ ਸਾਹਿਬ ਲੱਗੇ ਹੋਏ ਆ, ਸਹੀ, ਤੇ ਉਹ ਮਾਸ਼ਾਅੱਲਾ ਮਸ਼ਵਰੇ ਦਿੰਦੇ ਆ। ਉਹ ਬਾਗ ਤੇ ਮਾਸ਼ਾਅੱਲਾ ਉਹਨਾਂ ਦਾ ਕੰਮ ਵੀ ਬੜਾ ਆ, ਖਿਦਮਤ ਬੜੀ ਆ ਉਹਨਾਂ ਦੀ ਬਾਗ ਤੇ। ਤੇ ਅੱਛਾ, ਤੇ ਉਸ ਤੋਂ ਬਾਅਦ ਚ ਉਹ ਵੀ ਮਸ਼ਵਰੇ ਦਿੰਦੇ ਆ, ਠੀਕ ਆ ਨਾ। ਉਹਨਾਂ ਦਾ ਨੰਬਰ ਵਗੈਰਾ ਮਤਲਬ ਅਵੇਲ ਕਰ ਲਓ ਐਕਸਟੈਂਸ਼ਨ ਆਫਿਸ ਤੋਂ, ਸਹੀ, ਤੇ ਉਹਨਾਂ ਦੇ ਕੋਲੋਂ ਮਸ਼ਵਰਾ ਲੈ ਲਓ। ਤੇ ਉਸ ਤੋਂ ਬਾਅਦ ਇਹ ਹੈ ਕਿ ਲੇਕਿਨ ਪ੍ਰੋਪਰ ਪ੍ਰੈਕਟਿਸ ਦੇ ਨਾਲ ਹੀ ਇਹਦੀ ਉਮਰ ਵੀ ਵਧੇਗੀ, ਪ੍ਰੋਪਰ ਪ੍ਰੈਕਟਿਸ ਦੇ ਨਾਲ ਹੀ ਇਹਦੀ ਪ੍ਰੋਡਕਸ਼ਨ ਵੀ ਅੱਛੀ ਹੋਏਗੀ। ਠੀਕ ਹੋ ਗਿਆ। ਹਾਂਜੀ। ਅੱਛਾ, ਐਟ ਦੀ ਐਂਡ ਅਸੀਂ ਆਪਣੇ ਵੀਡੀਓ ਦੇ ਅਖਤਾਮ ਤੇ, ਕਿਉਂਕਿ ਸਾਡੀ ਵੀਡੀਓ ਹੁਣ ਅਸੀਂ ਖਤਮ ਕਰਦੇ ਹਾਂ ਇੱਥੇ, ਅਖੀਰ ਮੇਰਾ ਤੁਹਾਡਾ ਸਵਾਲ ਇਹੀ ਆ ਕਿ ਬਾਗ ਦੇ ਵਿੱਚ ਤੁਸੀਂ ਕੀ ਰეკਮੈਂਡ ਕਰੋਗੇ ਕਿ ਕਿਸ ਤਰੀਕੇ ਦਾ ਸ਼ੈਡਿਊਲ ਬਣਾਇਆ ਜਾਵੇ ਕਿ ਜਿਹੜਾ ਸਾਡਾ ਬਾਗ ਸਾਨੂੰ ਪੈਦਾਵਾਰ ਅੱਛੀ ਦੇਵੇ? ਠੀਕ ਆ, ਬਾਗ ਦੀ ਉਮਰ ਤੁਸੀਂ ਦੱਸਦਾ ਕਿ ਵੱਡੀ ਜਿਸ ਤਰ੍ਹਾਂ ਹੋਣੀ ਹੈ, ਪੈਦਾਵਾਰ ਲਈ ਕੀ ਬੇਸਿਕਲੀ ਕੀਤਾ ਜਾਵੇ ਕਿ ਜਿਹੜੀ ਪੈਦਾਵਾਰ ਬਹੁਤ ਜ਼ਿਆਦਾ ਗੇਨ ਹੋਵੇ ਇਹਦੀ? ਤੁਸੀਂ ਦੇਖਿਆ ਹੋਏਗਾ ਕਿ ਬੂਟੇ ਬੜੇ ਹਰੇ ਭਰੇ ਖੜੇ ਹੁੰਦੇ ਆ, ਲੇਕਿਨ ਉਹ ਬੂਟੇ ਦੇ ਉੱਤੇ ਫਲ ਵੀ ਦਾਣਾ ਵੀ ਨਹੀਂ ਨਜ਼ਰ ਆਉਂਦਾ ਤੁਹਾਨੂੰ। ਉਹ ਕੀ ਵਜ੍ਹਾ ਆ? ਅਸਲ ਦੇ ਵਿੱਚ ਗੱਲ ਪਤਾ ਕੀ ਆ, ਜਦੋਂ ਸਾਡੇ ਕਿੰਨੂ ਦੀ ਤੜਾਈ ਹੋ ਜਾਂਦੀ ਆ ਦਸੰਬਰ, ਜਨਵਰੀ ਜਾਂ ਮੈਕਸਿਮਮ ਫਰਵਰੀ ਤੱਕ ਜਿਹੜੀ ਹੈਗੀ ਹੋ ਜਾਂਦੀ ਆ। ਵੈਸੇ ਸਾਨੂੰ ਪ੍ਰੈਕਟਿਸ ਇਹ ਸਟਾਰਟ ਕਰਨੀ ਚਾਹੀਦੀ ਦਸੰਬਰ ਦੇ ਵਿੱਚ। ਸਹੀ। ਦਸੰਬਰ ਦੇ ਵਿੱਚ ਪੌਦਾ ਜਿਹੜਾ ਹੈਗਾ ਆ ਉਹਨੇ ਫਲ ਚੱਕਣ ਦੀ ਤਿਆਰੀ ਸਟਾਰਟ ਕਰ ਦੇਣੀ ਆ। ਸਾਨੂੰ ਚਾਹੀਦਾ ਆ ਕਿ ਸਭ ਤੋਂ ਪਹਿਲੇ ਤੇ ਰეკਮੈਂਡੇਸ਼ਨ ਤੇ ਸਾਡੀ ਮੇਰੀ ਐਜ਼ ਐਨ ਐਂਟੋਮੋਲੋਜਿਸਟ ਜਿਹੜੇ ਐਕਸਟੈਂਸ਼ਨ ਡਿਪਾਰਟਮੈਂਟ ਵਾਲੇ ਆ ਉਹ ਵੀ ਇਹੀ ਰეკਮੈਂਡ ਕਰਦੇ ਆ। ਵੈਸੇ ਕੋਈ ਕੰਪਨੀ ਵਾਲਾ ਤੇ ਹਿਊਮਿਕ ਐਸਿਡ ਤੁਹਾਨੂੰ ਰეკਮੈਂਡ ਕਰ ਦੇਗਾ, ਉਹ ਵੀ ਅੱਛੀ ਚੀਜ਼ ਆ, ਮਾੜੀ ਚੀਜ਼ ਉਹ ਵੀ ਨਹੀਂ ਆ। ਲੇਕਿਨ ਇਹ ਹੈ ਕਿ ਐਜ਼ ਐਨ ਐਂਟੋਮੋਲੋਜਿਸਟ ਮਤਲਬ ਮੈਂ ਤੁਹਾਨੂੰ ਇਹ ਰეკਮੈਂਡ ਕਰਨਾ ਵਾ ਕਿ ਢੇਰ ਜਿਹੜਾ ਹੈਗਾ ਨਾ ਮੱਝਾਂ ਦਾ, ਗਾਵਾਂ ਦਾ, ਬੱਕਰੀਆਂ ਦਾ, ਉਹਦੇ ਵਰਗੀ ਚੀਜ਼ ਕੋਈ ਨਹੀਂ ਆ। ਉਹ ਜਿੰਨੀਆਂ ਤੁਹਾਡੇ ਕੋਲ 2 ਟਰਾਲੀਆਂ ਹੋ ਸਕਦੀਆਂ ਕਿੱਲੇ ਦੀਆਂ, 3 ਟਰਾਲੀਆਂ ਹੋ ਸਕਦੀਆਂ, ਜਿੰਨਾ ਕਿ ਈਜ਼ੀਲੀ ਹੋ ਸਕਦਾ ਆ, ਠੀਕ ਆ ਨਾ। ਮੈਕਸਿਮਮ ਟੂ ਮਿਨੀਮਮ ਕਿੰਨਾ ਪਾਵੇ? ਮਤਲਬ ਵੱਧ ਤੋਂ ਵੱਧ ਤੁਸੀਂ ਮਤਲਬ 3-4 ਟਰਾਲੀਆਂ ਪਾ ਲਓ, 3 ਟਰਾਲੀਆਂ ਪਾ ਲਓ ਤੇ ਹਾਂਜੀ, ਤੇ ਮਿਨੀਮਮ ਟੂ ਮਿਨੀਮਮ ਇੱਕ ਤੇ ਲਾਜ਼ਮੀ ਪਾਓ ਨਾ। ਸਹੀ। ਮਿਨੀਮਮ ਮਤਲਬ ਉਹ ਨਾ ਹੋਵੇ ਸਾਡੀ ਆਵਾਮ ਸੁਣ ਕੇ ਢੇਰ ਜਾ ਕੇ ਖੁੱਲ ਕੇ ਪਾ ਦੇਵੇ 5-6 ਟਰਾਲੀਆਂ ਪਾ ਕੇ ਕਿੱਲੇ ਨੂੰ। ਇਹਦਾ ਇਹ ਚੀਜ਼ ਦਾ ਇਹਦਾ ਨੁਕਸਾਨ ਨਹੀਂ। ਅੱਛਾ, ਆਰਗੈਨਿਕ ਚੀਜ਼ ਆ ਨਾ, ਜ਼ਾਹਰ ਜੀ ਗੱਲ ਆ, ਇਹਦਾ ਨੁਕਸਾਨ ਨਹੀਂ। ਅੱਛਾ, ਹਾਂਜੀ, ਇਹਦਾ ਨੁਕਸਾਨ ਨਹੀਂ। ਇਹ ਮਿੱਟੀ ਨੂੰ ਨਰਮ ਕਰੇਗੀ, ਠੀਕ ਹੋ ਗਿਆ। ਇਹਦੇ ਵਿੱਚ ਜਿਹੜਾ ਹੈਗਾ ਨਾਮਿਆਤੀ ਮਾਦਾ ਜਿਹੜਾ ਹੈਗਾ ਨਾ ਉਹਨੂੰ ਵਧਾਏਗੀ, ਆਰਗੈਨਿਕ ਮੈਟਰ ਨੂੰ, ਠੀਕ ਹੋ ਗਿਆ। ਇਹ ਤੁਹਾਡੀ ਜ਼ਮੀਨ ਵਾਸਤੇ ਅੱਛਾ ਹੀ ਆ। ਅੱਛਾ, ਮੈਂ ਤੁਹਾਨੂੰ ਆਪਣੇ ਇੱਕ ਹੋਰ ਸਵਾਲ ਮੈਨੂੰ ਯਾਦ ਆ ਗਿਆ ਹੁਣ
ਸਾਡੇ ਨਾਲ ਅਕਸਰ ਅਸੀਂ ਗ੍ਰੇਟਾਂ ਦੇ ਦੇਖੀਦਾ ਹੁੰਦਾ ਸੀ, ਪਹਿਲੇ ਹੁੰਦੇ ਅਸੀਂ ਸਪਰੇਅ ਦੁਆਰਾ ਕਰਦੇ ਹਾਂ, ਹੁਣ ਸਾਨੂੰ ਪਤਾ ਲੱਗ ਗਿਆ। ਮੈਂ ਆਪਣੇ ਆਡੀਅנס ਨੂੰ ਦੱਸਣਾ ਚਾਹਾਂਗਾ ਕਿ ਗ੍ਰੇਟ ਦੇ ਉੱਤੇ ਨਾ ਦਾਣੇ ਹੁੰਦੇ ਆ, ਹਾਂਜੀ ਉਹ ਸਾਨੂੰ ਸਾਡੇ ਇੱਥੇ ਏਰੀਆ 'ਚ ਗੱਲ ਮਸ਼ਹੂਰ ਹੋਈ ਸੀ ਜੀ, ਐਨ ਵੱਜਦੀ ਆ, ਐਨ ਦਾਣਾ ਵੱਜਦਾ ਤੇ ਦਾਣਾ ਬਣ ਜਾਂਦਾ ਉੱਤੇ। ਇਸ ਤਰ੍ਹਾਂ ਦੀਆਂ ਕੀ ਬੜੀਆਂ ਮਿਥ ਬਣੀਆਂ ਹੋਈਆਂ। ਉਹ ਬੇਸਿਕਲੀ ਸਿਟਰਸ ਕੈਂਕਰ ਆ, ਜਿਹਨੂੰ ਨਾ ਇੱਥੇ ਬੇਸਿਕਲੀ ਕਹਿ ਦਿੱਤਾ ਜਾਂਦਾ ਆ। ਠੀਕ ਆ। ਉਹਦੇ ਵਾਸਤੇ ਨਾ ਬੇਸਿਕਲੀ ਸਟਾਰਟ ਦੇ ਵਿੱਚ ਹੀ ਆ, ਹੁਣ ਵੀ ਅਗਰ ਸਪਰੇਅ ਹੋ ਜਾਵੇ ਮਿਸਾਲ ਤੌਰ ਤੇ, ਵੈਸੇ ਤਾਂ ਅਸੀਂ ਰეკਮੈਂਡ ਕਰਦੇ ਆ ਕਿ ਜਦੋਂ ਦਾਣਾ ਲੱਗਣ ਵਾਲਾ ਵਾ ਉਸ ਤੋਂ ਪਹਿਲੇ ਹੀ ਇਹ ਸਪਰੇਅ ਜਿਹੜਾ ਹੈਗਾ ਆ ਅਮਲ ਮੁਕੰਮਲ ਕਰੋ। ਸਹੀ, ਠੀਕ ਹੋ ਗਿਆ। ਉਹਦੇ ਵਿੱਚ ਅਸੀਂ ਬੈਕਟੀਰੀਸਾਈਡ ਵੀ ਕਰਾਉਂਦੇ ਆ, ਠੀਕ ਹੋ ਗਿਆ। ਉਹਦੇ ਵਿੱਚ ਅਸੀਂ ਫੰਜੀਸਾਈਡ ਵੀ ਕਰਾਉਂਦੇ ਆ, ਠੀਕ ਹੋ ਗਿਆ, ਤਾਂ ਕਿ ਸਾਰੀਆਂ ਬਿਮਾਰੀਆਂ ਜਿਹੜੀਆਂ ਵਾਇਰਲ ਡਿਜ਼ੀਜ਼ ਆ ਤੇ ਜਿਹੜੀਆਂ ਫੰਗਲ ਡਿਜ਼ੀਜ਼ ਆ ਸਾਰੀਆਂ ਹੀ ਕਵਰ ਹੋ ਜਾਣ। ਸਹੀ। ਤੇ ਨਾਲ ਨਿਊਟ੍ਰੀਸ਼ਨ ਦੀ ਡੈਫੀਸ਼ੀਐਂਸੀ ਦੇ ਜਿਹੜੇ ਹੈਗੇ ਆ ਚਾਂਸਸ ਹੁੰਦੇ ਆ, ਬੋਰਾਨ ਹੋ ਗਿਆ, ਜ਼ਿੰਕ ਹੋ ਗਿਆ, ਇਦਾਂ ਦੀਆਂ ਚੀਜ਼ਾਂ ਦੀ ਐਪਲੀਕੇਸ਼ਨ ਵੀ ਕਰਵਾਉਂਦੇ ਆ। ਇਹਦੇ ਵਾਸਤੇ ਵੈਸੇ ਇੱਕ ਕੰਪਨੀ ਹੈਗੀ ਆ ਸਵਾਤ ਐਗਰੋ, ਤੇ ਉਹਨਾਂ ਦਾ ਇੱਕ ਹੈਡਲੈਂਡ ਮਲਟੀ ਆਂਦਾ, ਉਹਦੇ ਵਿੱਚ ਜਿਹੜੇ ਛੋਟੇ ਸਾਰੇ ਨਿਊਟ੍ਰੀਐਂਟਸ ਹੁੰਦੇ ਆ ਨਾ ਉਹ ਤੁਹਾਡੇ ਕੋਲ ਮੌਜੂਦ ਹੁੰਦੇ ਆ। ਤੁਸੀਂ ਉਹਦੀ ਸਪਰੇਅ ਵੀ ਕਰ ਸਕਦੇ ਹੋ ਜਾਂ ਫਿਰ ਉਹਦੀ ਫਲੱਡ ਵੀ ਕਰ ਸਕਦੇ ਹੋ, ਤੇ ਉਹ ਬੜੀ ਅੱਛੀ ਚੀਜ਼ ਆ। ਤੇ ਉਸ ਤੋਂ ਬਾਅਦ ਚ ਚੀਜ਼ ਇਹ ਆ ਕਿ ਅਗਰ ਤੁਸੀਂ ਸਪੋਜ਼ ਕਰੋ ਆਪਣੇ ਬਾਗ ਦੀ ਉਮਰ ਵਧਾਉਣਾ ਚਾਹੁੰਦੇ ਹੋ ਤੇ ਉਹਦੇ ਤੋਂ ਅੱਛੀ ਪ੍ਰੋਡਕਸ਼ਨ ਲੈਣਾ ਚਾਹੁੰਦੇ ਹੋ, ਤਾਂ ਜਦੋਂ ਫਲ ਦੀ ਤੁੜਾਈ ਹੋਈ ਆ ਉਸ ਟਾਈਮ ਤੱਕ ਆਪਣੀਆਂ ਤਿੰਨੋਂ ਖਾਦਾਂ ਮੁਕੰਮਲ ਕਰੋ। ਉਸ ਟਾਈਮ ਤੇ ਜਿਹੜੀਆਂ ਖਾਦਾਂ ਦੀ ਡੋਜ਼ ਹੈਗੀ ਆ ਨਾ, ਜਿੰਨੀ ਰਿਕੁਆਇਰਡ ਹੈਗੀ ਆ, ਉਹ ਮੁਕੰਮਲ ਲਾਜ਼ਮੀ ਕਰੋ। ਉਹਦੇ ਵਿੱਚ ਸਭ ਤੋਂ ਪਹਿਲੇ ਨਾਈਟ੍ਰੋਜਨ ਆ, ਸਹੀ, ਫਿਰ ਆਪਣੇ ਕੋਲ ਫਾਸਫੋਰਸ ਆ, ਫਿਰ ਆਪਣੇ ਕੋਲ ਪੋਟਾਸ਼ ਆ। ਪੋਟਾਸ਼ ਤੁਸੀਂ ਥੋੜੀ ਬਹੁਤ ਡਿਲੇ ਕਰਕੇ ਵੀ ਪਾ ਲੋਗੇ ਤੇ ਕੋਈ ਮਸਲਾ ਨਹੀਂ, ਠੀਕ ਹੋ ਗਿਆ, ਕਿਉਂਕਿ ਉਹਦਾ ਕੰਮ ਥੋੜਾ ਜਿਹਾ ਬਾਅਦ ਸਟਾਰਟ ਹੋਏਗਾ। ਲੇਕਿਨ ਜਿਹੜੀ ਫਾਸਫੋਰਸ ਤੇ ਜਿਹੜੀ ਨਾਈਟ੍ਰੋਜਨ ਆ ਨਾ, ਉਹ ਫਿਲ ਫੋਰ ਉਹਨੂੰ ਚਾਹੀਦੀ ਆ, ਉਸੇ ਟਾਈਮ ਚਾਹੀਦੀ ਆ। ਸਹੀ, ਠੀਕ ਹੋ ਗਿਆ। ਉਹਦੇ ਵਿੱਚ ਫਿਰ ਸਾਡੇ ਕੋਲ ਅਗਰ ਤੁਸੀਂ ਢੇਰ ਪਾ ਲਿਆ ਤਾਂ ਚਲੋ ਹਿਊਮਿਕ ਐਸਿਡ ਮਿਕਸ ਕਰਾ ਲਓ, ਠੀਕ ਹੋ ਗਿਆ। ਫਿਰ ਜ਼ਿੰਕ ਦੀ ਬੜੀ ਕਮੀ ਅੱਜ ਕੱਲ ਦੇਖੀ ਜਾ ਰਹੀ ਪੌਦਿਆਂ ਦੇ ਵਿੱਚ, ਠੀਕ ਹੋ ਗਿਆ। ਬੋਰਾਨ ਦੀ ਬੜੀ ਕਮੀ ਆ। ਬੋਰਾਨ ਅਗਰ ਤੁਹਾਡੇ ਪੌਦੇ ਤੋਂ ਫਲ ਵਗੈਰਾ ਕਿਰਨ ਦਿਆ ਜਾਂ ਮਿਸਾਲ ਤੌਰ ਤੇ ਇਹ ਅਗਰ ਬੋਰਾਨ ਦੀ ਕਮੀ ਹੁੰਦੀ ਆ ਤਦ ਕਿਰਦਾ, ਇਸ ਲਈ ਪਹਿਲੇ ਹੀ ਬੋਰਾਨ ਦਾ ਕਰ ਲਓ, ਕਿਉਂਕਿ ਉਹ ਕਮੀ ਵਾਜ਼ਿਆ ਹੋਣ ਤੇ ਹੀ ਸਿਰਫ ਜਿਹੜਾ ਹੈਗਾ ਆ ਰეკਮੈਂਡਡ ਹੁੰਦਾ। ਸਹੀ, ਹਾਂਜੀ। ਅੱਛਾ, ਮੈਂ ਆਪਣੀ ਸਾਡੀ ਆਡੀਅנס ਨੂੰ ਇੱਕ ਸਹੂਲਤ ਦੇਣਾ ਚਾਹਾਂਗਾ, ਤੇ ਮੈਂ ਸਾਨੂੰ ਅਵੈਸਾ ਦਾ ਨੰਬਰ ਲੈ ਲੈਣਾ ਹੈ, ਤੇ ਜਿਹੜਾ ਮੇਰਾ ਭਰਾ ਮਸ਼ਵਰਾ ਕਰਨਾ ਚਾਹਵੇ ਕਰ ਸਕਦੇ ਆ। ਤੁਸੀਂ ਆਪਣਾ ਕੰਟੈਕਟ ਨੂੰ ਲਿਖਾ ਦਿਓ ਆਡੀਅנס ਨੂੰ। ਮੇਰਾ ਨੰਬਰ ਆ ਜੀ 0306768432 ਮੁਹੰਮਦ ਅਵੈਸ ਸ਼ੌਕਤ ਨਾਮ ਆ ਜੀ ਮੇਰਾ, ਤੇ ਮੈਂ ਜ਼ਰਈ ਗ੍ਰੈਜੂਏਟ ਹਾਂ ਜ਼ਰਈ ਯੂਨੀਵਰਸਿਟੀ ਫੈਸਲਾਬਾਦ ਤੋਂ। ਠੀਕ ਹੋ ਗਿਆ। ਮੈਂ ਆਪਣੀ ਆਡੀਅנס ਤੋਂ ਇਜਾਜ਼ਤ ਲਵਾਂਗਾ। ਅੱਲਾਹ ਹਾਫਿਜ਼। ਅੱਲਾਹ ਸਾਡੇ ਸਭ ਦਾ ਹਾਮੀ ਨਸੂਰ।